ਹੈਲੋ ਸਟੂਡੈਂਟਸ, ਰਾਜੇ ਅੱਜ ਆਪਾਂ ਕਰਾਂਗੇ 4th ਚੈਪਟਰ ਆਪਣਾ ਐਂਟੀਟੀ ਰਿਲੇਸ਼ਨਸ਼ਿਪ ਮਾਡਲ ਜੋ ਕਿ ਪੇਜ ਨੰਬਰ 69 ਤੇ ਹੈ। ਰਿਲੇਸ਼ਨਸ਼ਿਪ ਮਾਡਲ ਮੀਨਸ ਇਹਨੂੰ ਆ ਕਹਿੰਦੇ ਨੇ ਐਂਟੀਟੀ ਰਿਲੇਸ਼ਨਸ਼ਿਪ ਮਾਡਲ। ਇਟ ਇਜ਼ ਬੇਸਡ ਔਨ ਦਾ ਰੀਅਲ ਵਰਲਡ ਐਂਡ ਕੰਸਿਸਟਸ ਦਾ ਸੈੱਟ ਆਫ ਦਾ ਬੇਸਿਕ ਆਬਜੈਕਟਸ। ਜੋ ਇਹਦੇ ਬੇਸਿਕਸ ਆਬਜੈਕਟਸ ਹੁੰਦੇ ਨੇ ਉਹਨਾਂ ਨੂੰ ਕੀ ਕਰਦਾ ਹੈ, ਕੰਸਿਸਟ ਕਰਦਾ ਹੈਗਾ। ਕਾਲਡ ਦਾ ਐਂਟੀਟੀ ਰਿਲੇਸ਼ਨਸ਼ਿਪ ਮਾਡਲ। ਇਟ ਇਜ਼ ਐਕਸਟ੍ਰੀਮਲੀ ਯੂਜ਼ਫੁਲ ਇਨ ਦਾ ਮੈਪਿੰਗ। ਜਦੋਂ ਮੈਪਿੰਗ ਕੀਤੀ ਜਾਂਦੀ ਉਦੋਂ ਯੂਜ਼ ਕੀਤਾ ਜਾਂਦਾ। ਮਾਡਲ ਕੈਨ ਕੰਸਟਰਕਟ ਦਾ ਰਿਲੇਸ਼ਨ, ਇਹ ਰਿਲੇਸ਼ਨ ਨੂੰ ਬਣਾਉਂਦਾ। ਬੇਸਿਕ ਕੰਸੈਪਟ ਕੀ ਨੇ, ਐਂਟੀਟੀ ਸੈੱਟ ਹੁੰਦਾ, ਐਟਰੀਬਿਊਟਸ ਹੁੰਦਾ ਔਰ ਰਿਲੇਸ਼ਨਸ਼ਿਪ ਸੈੱਟਸ ਹੁੰਦੇ। ਐਂਟੀਟੀ ਕੀ ਹੁੰਦੀਆਂ ਨੇ, ਐਂਟੀਟੀਜ਼ ਐਂਡ ਦਾ ਨੰਬਰ ਆਫ ਨੇਮਸ, ਪਰਸਨਸ ਨੇਮ, ਥਿੰਗਸ, ਪਲੇਸ, ਇਵੈਂਟ। ਹਰ ਇੱਕ ਚੀਜ਼ ਦਾ ਕਿਸੇ ਦਾ ਵੀ ਨਾਮ ਹੋ ਸਕਦਾ ਜੋ ਕਿ ਇਨਫੋਰਮੇਸ਼ਨ ਨੂੰ ਰਿਕਾਰਡ ਕਰਦਾ ਹੈ। ਜਿਵੇਂ ਆਪਾਂ ਡਾਟਾਬੇਸ ਬਣਾਉਂਦੇ ਹਾਂ, ਸਭ ਤੋਂ ਉੱਪਰ ਜੋ ਆਪਾਂ ਨਾਮ ਲੈਂਦੇ, ਜੋ ਮੈਂ ਦੱਸਿਆ ਸੀ ਤੁਹਾਨੂੰ, ਐਂਟੀਟੀ ਦੇ ਵਿੱਚ ਆਪਾਂ ਲਿਖਦੇ ਹਾਂ ਉਹ ਕਿਸੇ ਵੀ ਪਰਸਨ, ਪਲੇਸ ਦਾ ਨਾਮ ਹੋ ਸਕਦਾ, ਉਹਨੂੰ ਕਹਿ ਦਿੰਦੇ ਨੇ ਐਂਟੀਟੀ। ਨੈਕਸਟ ਹੈਗਾ ਇਹ ਆਪਣੇ ਕੋਲ ਐਟਰੀਬਿਊਟਸ। ਐਟਰੀਬਿਊਟਸ ਕੀ ਹੁੰਦੇ ਨੇ ਰਾਜੇ, ਐਂਡ ਕਰੈਕਟਰਿਸਟਿਕਸ ਆਫ ਦਾ ਐਂਟੀਟੀਜ਼ ਆਰ ਕਾਲਡ। ਕਰੈਕਟਰਿਸਟਿਕਸ ਜਿਵੇਂ ਆਪਾਂ ਰੋਲ ਨੰਬਰ ਲੈਂਦੇ ਹਾਂ, ਨੇਮ ਲੈਂਦੇ ਹਾਂ, ਕਲਾਸ ਲੈ ਲਿਆ, ਠੀਕ ਹੈ, ਇਹ ਸਾਰੇ ਐਟਰੀਬਿਊਟਸ ਹੁੰਦੇ ਨੇਗੇ ਆਪਣੇ ਕੋਲ। ਐਵਰੀ ਐਂਟੀਟੀ ਇਜ਼ ਅ ਸਮ ਐਟਰੀਬਿਊਟਸ। ਅ ਬੈਂਕ ਅਕਾਊਂਟ ਕੈਨ ਰਿਪਰੈਜ਼ੈਂਟ ਦਾ ਅਕਾਊਂਟ ਟਾਈਪ। ਜਿਵੇਂ ਆਪਾਂ ਨੇ ਬੈਂਕ ਦੇ ਵਿੱਚ ਅਕਾਊਂਟ ਖੁਲਾਉਣਾ ਹੈ, ਉਹਦੇ ਲਈ ਆਪਣੇ ਕੋਲ ਅਕਾਊਂਟ ਨੰਬਰ ਦਿੱਤਾ ਜਾਂਦਾ, ਅਕਾਊਂਟ ਹੈਸ਼ ID ਦਿੱਤੀ ਜਾਂਦੀ, ਅਕਾਊਂਟ ਦਾ ਬੈਲੈਂਸ ਦੱਸਿਆ ਜਾਂਦਾ। ਹਰ ਇੱਕ ਚੀਜ਼ ਦਾ ਕੀ ਹੁੰਦਾ, ਇੱਕ ਫਾਈਲ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਡਾਟਾਬੇਸ ਤਿਆਰ ਕੀਤਾ ਜਾਂਦਾ ਹੈ। ਜੋ ਡਾਟਾਬੇਸ ਤਿਆਰ ਕੀਤਾ ਜਾਂਦਾ ਹੈ ਅੰਡਰ ਉਹਦੇ ਕਰੈਕਟਰਿਸਟਿਕਸ, ਫੀਚਰਸ, ਇੰਪੋਰਟੈਂਸ ਜੋ ਵੀ ਹੁੰਦੀ ਹੈ ਉਹਨੂੰ ਕੀ ਕਹਿ ਦਿੰਦੇ ਨੇ, ਆਪਣੇ ਕੋਲ ਐਟਰੀਬਿਊਟਸ ਕਹਿ ਦਿੰਦੇ ਨੇ। ਔਰ ਜੇ ਐਟਰੀਬਿਊਟਸ ਆਪਣੇ ਕੋਲ ਸਿੰਪਲ ਵੀ ਹੋ ਸਕਦੇ ਨੇ, ਕੰਪੋਜ਼ਿਟ ਵੀ ਹੋ ਸਕਦੇ ਨੇ, ਦੋ ਕੰਬਾਈਨਡ ਵੀ ਹੋ ਸਕਦੇ ਨੇ, ਸਿੰਗਲ ਵੈਲਿਊ ਵੀ ਹੋ ਸਕਦੇ ਨੇ, ਮਲਟੀ ਵੈਲਿਊ ਵੀ ਹੋ ਸਕਦੇ ਨੇ, ਨਲ ਵੈਲਿਊ ਵੀ ਹੋ ਸਕਦੇ ਨੇ। ਕਈ ਵਾਰ ਕਿਸੇ ਦੀ ਕੋਈ ਵੈਲਿਊ ਆਪਾਂ ਨੂੰ ਐਟਰੀਬਿਊਟਸ ਦੀ ਲੋੜ ਨਹੀਂ ਹੁੰਦੀ, ਉਹਦੀ ਇਨਫੋਰਮੇਸ਼ਨ ਦੀ ਲੋੜ ਨਹੀਂ ਹੁੰਦੀ, ਤਾਂ ਉਹ ਆਪਾਂ ਕਾਲਮ ਕੀ ਛੱਡ ਦਾਂਗੇ, ਨਲ ਛੱਡ ਦਾਂਗੇ, ਖਾਲੀ ਛੱਡ ਦਾਂਗੇ ਉਸ ਕਾਲਮ ਨੂੰ। ਡਰਾਈਵ ਐਟਰੀਬਿਊਟਸ। ਡਰਾਈਵ ਹੁੰਦਾ ਜਦੋਂ ਆਪਾਂ ਪਿੱਛੋਂ ਕੋਈ ਇਨਫੋਰਮੇਸ਼ਨ ਲੈ ਕੇ ਅੱਗੇ ਵਾਲੀ ਇਨਫੋਰਮੇਸ਼ਨ ਨੂੰ ਕੰਪਲੀਟ ਕਰਨਾ, ਡਰਾਈਵਡ ਇਨਫੋਰਮੇਸ਼ਨ ਹੁੰਦੀ ਆ ਉਹ। ਨੈਕਸਟ ਆਪਣੇ ਕੋਲ ਰਿਲੇਸ਼ਨਸ਼ਿਪ ਸੈੱਟ। ਰਿਲੇਸ਼ਨਸ਼ਿਪ ਸੈੱਟ ਕੀ ਹੁੰਦਾ, ਆਪਾਂ ਨੇ ਇੱਕ ਦਾ ਰਿਲੇਸ਼ਨਸ਼ਿਪ ਦੂਸਰੇ ਦੇ ਨਾਲ ਬਣਾਉਣਾ। ਰਿਲੇਸ਼ਨਸ਼ਿਪ ਕੰਟੈਕਟ ਇਜ਼ ਐਂਟੀਟੀ ਐਂਡ ਰਿਪਰੈਜ਼ੈਂਟ ਦਾ ਮੀਨਿੰਗਫੁਲ ਡਿਪੈਂਡੈਂਸੀ। ਆਪਾਂ ਨੇ ਮੀਨਿੰਗਫੁਲ ਡਿਪੈਂਡੈਂਸੀ ਬਣਾਉਣੀ ਹੁੰਦੀ ਹੈ। ਦਾ ਵੇ ਵਿਚ 2 ਐਂਡ ਮੋਰ ਐਂਟੀਟੀਜ਼ ਟਾਈਪ ਆਰ ਰਿਲੇਟਡ। ਇੱਕ ਜਾਂ ਇੱਕ ਤੋਂ ਵੱਧ ਜਿਹੜੀਆਂ ਐਂਟੀਟੀਜ਼ ਦੀਆਂ ਟਾਈਪਸ ਹੁੰਦੀਆਂ ਨੇ ਉਹਨੂੰ ਕਹਿੰਦੇ ਨੇ ਰਿਲੇਸ਼ਨਲ ਜਾਂ ਪ੍ਰੋਸੀਜਰਸ ਕਹਿ ਦਿੰਦੇ ਨੇ। ਐਗਜ਼ਾਮਪਲ, ਦਾ ਰਿਲੇਸ਼ਨ ਟਾਈਪ ਸਟੱਡੀ ਇਨ ਬਿਟਵੀਨ ਦੀ 2 ਐਂਟੀਟੀਜ਼। ਹੁਣ ਆਪਾਂ ਨੇ ਸਟੱਡੀ ਦਾ ਬਣਾਉਣਾ ਹੈ, ਸਟੱਡੀ ਦੇ ਲਈ ਆਪਣੇ ਕੋਲ ਸਟੂਡੈਂਟ ਅਤੇ ਡਿਪਾਰਟਮੈਂਟ। ਇੱਕ ਸਟੂਡੈਂਟ ਪੜ੍ਹਨਗੇ, ਡਿਪਾਰਟਮੈਂਟ ਦੇ ਵਿੱਚ ਜੋ ਟੀਚਰ ਨੇ ਉਹ ਆਪਣੇ ਕੋਲ ਪੜ੍ਹਾਉਣਗੇ। ਹੁਣ ਜਿਵੇਂ ਨੀਚੇ ਦੇਖੋ ਰਾਜੇ, ਆਪਣੇ ਕੋਲ ਕੀ ਲੱਗਿਆ ਹੋਇਆ, ਡਾਇਗਰਾਮ ਬਣੀ ਹੋਈ ਹੈ। ਡਾਇਗਰਾਮ ਦੇ ਵਿੱਚ ਕੀ ਹੈ ਆਪਣੇ ਕੋਲ, ਹੁਣ ਆਹ ਸਟੂਡੈਂਟ ਨੇਗੇ ਆਪਣੇ ਕੋਲ, ਇਹ ਆਪਣੇ ਕੋਲ ਸਟੱਡੀ ਮਟੀਰੀਅਲ ਹੋ ਗਿਆ, ਡਿਪਾਰਟਮੈਂਟ ਹੋ ਗਿਆ। ਡਿਪਾਰਟਮੈਂਟ ਹਰ ਇੱਕ ਦਾ ਡਿਪਾਰਟਮੈਂਟ ਅਲੱਗ-ਅਲੱਗ ਹੈ। ਜਿਵੇਂ S1 S2, ਜਿਵੇਂ ਆਪਣੇ ਕੋਲ BCA BA BCom ਸਾਰੇ, +1 +2, ਕਮਰਸ, ਆਰਟਸ, ਇੰਟਰ ਆਰਟਸ, ਇਹ ਸਾਰੇ ਲਗਾ ਲਓ। ਹਰ ਇੱਕ ਸਟੂਡੈਂਟ ਸਟੱਡੀ ਦੇ ਨਾਲ ਜੁੜਿਆ। ਉਹੀ ਸਬਜੈਕਟ ਇੱਕ ਟੀਚਰ ਮਲਟੀਪਲ ਸਬਜੈਕਟ ਕਰਵਾ ਸਕਦਾ ਜਾਂ ਫਿਰ ਇੱਕੋ ਹੀ ਸਬਜੈਕਟ ਕਰਾ ਸਕਦਾ। ਇਸ ਤਰੀਕੇ ਦੇ ਨਾਲ ਇਹ ਕੀ ਹੁੰਦਾ ਹੈ, ਡਿਪਾਰਟਮੈਂਟ ਦੇ ਅੰਡਰ ਵਰਕ ਹੁੰਦਾ ਇਹ ਸਾਰਾ, ਇੱਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ ਹੁੰਦਾ ਇਹਨਾਂ ਦਾ। ਜਿਵੇਂ S1 ਦਾ ਰਿਲੇਸ਼ਨਸ਼ਿਪ R1 ਦੇ ਨਾਲ ਹੈ, R1 ਦਾ 0 ਦੇ ਨਾਲ ਹੈ। 0 ਕੀ ਡਿਪਾਰਟਮੈਂਟ 'ਚ ਜੋ ਟੀਚਰ ਨੇ ਉਹ ਦੂਸਰਾ ਸਬਜੈਕਟ R2 ਵੀ ਕਰਵਾਉਂਦੇ ਨੇ, ਮਲਟੀਪਲ ਸਬਜੈਕਟ ਵੀ ਕਰਵਾਉਂਦੇ ਨੇਗੇ। ਇਹ ਹੁੰਦਾ ਰਿਲੇਸ਼ਨਸ਼ਿਪ ਬਣਿਆ ਹੋਇਆ ਹੁੰਦਾ ਆਪਣੇ ਕੋਲ। ਨੈਕਸਟ ਹੈ ਦੇਖੋ, ਇਹਦੇ ਵਿੱਚ ਹੁਣ ਐਗਜ਼ਾਮਪਲ ਆਪਣੇ ਕੋਲ ਹੋਰ ਅੱਗੇ ਕੀ ਦੇ ਰੱਖੀ ਹੈ ਕਿ ਆਪਣੇ ਕੋਲ ਇਫ E1 E2 E3 ਆਰ ਐਂਟੀਟੀ ਆਫ ਦਾ ਰਿਲੇਸ਼ਨਸ਼ਿਪ, R ਇਜ਼ ਅ ਸਬਸੈਟ। R ਉਹਦਾ ਸਬਸੈਟ ਹੋ ਗਿਆ, ਯਾਨੀ ਕਿ ਜੋ ਸਟੱਡੀ ਕਰ ਰਹੇ ਨੇ ਆਪਣੇ ਕੋਲ ਸਬਜੈਕਟ ਨੇ, ਇੰਗਲਿਸ਼, ਹਿੰਦੀ, ਪੰਜਾਬੀ ਜੋ ਵੀ ਆਪਣੇ ਕੋਲ ਸਬਜੈਕਟ ਨੇ, ਤਾਂ ਉਹਨਾਂ ਨੂੰ ਸਟੱਡੀ ਕੌਣ ਕਰਵਾ ਰਹੇ ਨੇ, ਟੀਚਰ ਕਰਵਾ ਰਹੇ ਨੇ। ਵਨ ਟੀਚਰ ਮਲਟੀਪਲ ਸਬਜੈਕਟ ਵੀ ਕੀ ਕਰਵਾ ਸਕਦੇ ਨੇ, ਸਟੱਡੀ ਕਰਵਾ ਸਕਦੇ ਨੇ। ਤਾਂ ਮਤਲਬ ਜੋ ਸਟੂਡੈਂਟਸ ਨੇ ਉਹਨਾਂ ਦਾ ਰਿਲੇਸ਼ਨ ਸਟੱਡੀ ਨਾਲ ਹੋ ਗਿਆ, ਸਟੱਡੀ ਦਾ ਰਿਲੇਸ਼ਨ ਟੀਚਰ ਨਾਲ ਹੋ ਗਿਆ, ਟੀਚਰ ਦਾ ਰਿਲੇਸ਼ਨ ਸਟੱਡੀ ਨਾਲ ਹੋ ਗਿਆ, ਸਟੱਡੀ ਦਾ ਰਿਲੇਸ਼ਨ ਸਟੂਡੈਂਟਸ ਨਾਲ ਹੋ ਗਿਆ। ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਰਿਲੇਸ਼ਨ ਦੇ ਨਾਲ ਉਹ ਬਾਉਂਡ ਹੋਏ ਹੁੰਦੇ ਨੇਗੇ। ਅੱਗੇ ਆਪਣੇ ਕੋਲ ਆ ਗਿਆ ਮੈਪਿੰਗ ਕਾਰਡੀਨੇਟੀ। ਮੈਪਿੰਗ ਕੀ ਹੁੰਦੀ ਹੈ ਕਿ ਜੋ ਆਪਾਂ ਡਾਟਾਬੇਸ ਤਿਆਰ ਕਰ ਰਹੇ ਹਾਂ ਉਹਦੀ ਮੈਪਿੰਗ ਕਰਨੀ। ਕਿਵੇਂ ਮੈਪ ਤਿਆਰ ਕੀਤੇ ਜਾਂਦੇ ਨੇ, ਮੈਪਿੰਗ ਦੇ ਵਿੱਚ 1 to 1 ਲਿਖਿਆ ਨਾ, ਯਾਨੀ ਕਿ 1 to 1 ਰਿਲੇਸ਼ਨਸ਼ਿਪ ਇਨ X ਇਜ਼ ਐਸੋਸੀਏਟ ਵਿਦ ਦਾ ਮੋਸਟ 1 ਐਂਟੀਟੀ ਆਫ Y। ਹੁਣ ਇਹਦੇ ਵਿੱਚ ਦੇਖੋ ਆਪਣੇ ਕੋਲ ਇਹਦੇ ਵਿੱਚ X ਹੈਗੀ ਹੈ ਜੋ ਆਪਣੇ ਕੋਲ ਵੈਲਿਊ, X ਆਪਣੇ ਕੋਲ ਕਿਹਦੇ ਨਾਲ ਜੁੜਿਆ ਹੋਇਆ ਹੈ, Y ਦੇ ਨਾਲ। 1 to 1 ਰਿਲੇਸ਼ਨਸ਼ਿਪ ਹੈ ਆਪਣੇ ਕੋਲ। X2 ਦਾ ਰਿਲੇਸ਼ਨਸ਼ਿਪ Y2 ਦੇ ਨਾਲ ਹੈ, X3 ਦਾ ਆਪਣੇ ਕੋਲ Y3 ਦੇ ਨਾਲ ਹੈ, X4 ਦਾ ਆਪਣੇ ਕੋਲ Y4 ਦੇ ਨਾਲ ਹੈ। ਜਾਂ ਫਿਰ ਤੁਸੀਂ ਇਹ ਲਗਾ ਲਓ, ਜਿਵੇਂ ਹੁਣ ਆਪਣੇ ਕੋਲ ਇੱਕ ਮੈਨੇਜਰ ਹੈ, ਮੈਨੇਜਰ ਦਾ ਰਿਲੇਸ਼ਨਸ਼ਿਪ ਕੀ ਹੁੰਦਾ, ਡਿਪਾਰਟਮੈਂਟ ਦੇ ਨਾਲ ਹੁੰਦਾ। ਜਾਂ ਫਿਰ ਤੁਸੀਂ ਇਹ ਚੀਜ਼ ਲਾ ਲਓ, ਪ੍ਰਿੰਸੀਪਲ ਹੈ, ਇੱਕ ਪ੍ਰਿੰਸੀਪਲ ਹੈ, ਹੈਡਮਾਸਟਰ ਹੈ, ਪ੍ਰਿੰਸੀਪਲ ਦਾ ਰਿਲੇਸ਼ਨਸ਼ਿਪ ਕਿਹਦੇ ਨਾਲ ਹੈ,
ਟੀਚਰਸ ਦੇ ਨਾਲ ਹੈ। ਟੀਚਰ ਦਾ ਰਿਲੇਸ਼ਨਸ਼ਿਪ ਕਿਹਦੇ ਨਾਲ ਹੈ? ਬੱਚਿਆਂ ਦੇ ਨਾਲ ਹੈ। ਡਾਇਰੈਕਟਲੀ ਪ੍ਰਿੰਸੀਪਲ ਔਰ ਸਟੂਡੈਂਟਸ ਦਾ ਰਿਲੇਸ਼ਨ ਤਾਂ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਬਿਟਵੀਨ ਕੌਣ ਕੰਮ ਕਰਦੇ ਨੇ? ਟੀਚਰ ਕੰਮ ਕਰਦੇ ਨੇ। ਇਸ ਲਈ 1 to 1 ਰਿਲੇਸ਼ਨਸ਼ਿਪ ਹੁੰਦਾ ਆਪਣੇ ਕੋਲ। 1 to many ਰਿਲੇਸ਼ਨਸ਼ਿਪ, ਨੈਕਸਟ ਪੁਆਇੰਟ ਆਪਣੇ ਕੋਲ 1 to many ਰਿਲੇਸ਼ਨਸ਼ਿਪ ਆ। An entity X is associated with the any number of entities Y, and Y is however can associate with the at most of one entity। ਇੱਕ ਤੋਂ ਜ਼ਿਆਦਾ ਐਂਟੀਟੀਜ਼ ਦੇ ਨਾਲ ਕੀ ਹੁੰਦਾ? ਉਹ ਜੁੜਿਆ ਹੋਇਆ ਹੁੰਦਾ ਹੈਗਾ। ਜਿਵੇਂ ਕਿ ਆਪਣੇ ਕੋਲ ਹੁਣ ਦੇਖੋ ਅੱਗੇ ਆਹ ਆਪਣੇ ਕੋਲ ਬਣਾਈ ਹੋਈ ਮੈਨੇਜਰ, ਮੈਨੇਜਰ ਦਾ ਇੰਪਲੋਇਜ਼ ਦੇ ਨਾਲ ਹੈ, ਆਪਣੇ ਜੋ ਉਹਦੇ ਅੰਦਰ ਕੰਮ ਕਰ ਰਹੇ ਨੇਗੇ ਆਪਣੇ ਕੋਲ। ਹੁਣ ਆ ਦੇਖੋ x1 ਦਾ ਰਿਲੇਸ਼ਨਸ਼ਿਪ y1 ਦੇ ਨਾਲ ਵੀ ਹੈ, y2 ਦੇ ਨਾਲ ਵੀ ਹੈ, y3 ਦੇ ਨਾਲ ਹੈ। x2 ਦਾ ਸਾਡੇ ਕੋਲ y2 ਦੇ ਨਾਲ ਹੈ, y3 ਦੇ ਨਾਲ, ਯਾਨੀ ਕਿ 1 to many, ਇੱਕ ਪਰਸਨ ਦਾ ਮਲਟੀਪਲ ਪਰਸਨਸ ਦੇ ਨਾਲ ਕੀ ਹੋਣਾ? ਰਿਲੇਸ਼ਨਸ਼ਿਪ ਹੋਣਾ। ਅੱਗੇ ਆਪਣੇ ਕੋਲ ਮੈਨੀ ਟੂ 1 ਰਿਲੇਸ਼ਨਸ਼ਿਪ। ਐਂਡ x is associated with the number of entities of y, entities y is can associate with the most one entity x। ਪ੍ਰੋਗਰਾਮਰ ਹੈ, ਪ੍ਰੋਗਰਾਮਰ ਹੈ, ਆਪਣੇ ਪ੍ਰੋਗਰਾਮਰ ਨੇ ਪ੍ਰੋਗਰਾਮ ਬਣਾਉਣੇ ਨੇ, ਤਾਂ ਉਹ ਇਕੱਲਾ ਨਹੀਂ ਬਣਾ ਸਕਦਾ, ਤਾਂ ਉਹਦਾ ਰਿਲੇਸ਼ਨਸ਼ਿਪ ਕਿਹਦੇ ਨਾਲ ਹੋਊਗਾ? ਤਾਂ ਪ੍ਰੋਜੈਕਟ ਦੇ ਨਾਲ। ਆਪਾਂ ਪ੍ਰੋਗਰਾਮਰ ਹਾਂ, ਆਪਾਂ ਨੇ ਸਾਰਿਆਂ ਨੇ ਪ੍ਰੋਗਰਾਮਰ ਦਾ ਕੰਮ ਕਰ ਰਹੇ ਹਾਂ, ਆਪਾਂ ਨੇ ਸਾਰਿਆਂ ਨੇ ਪ੍ਰੋਗਰਾਮ ਬਣਾਉਣੇ ਨੇ, ਪਰ ਕਿਹਦੇ ਉੱਪਰ ਬਣਾਉਣੇ ਨੇ? ਪ੍ਰੋਜੈਕਟ ਦੇ ਉੱਪਰ ਬਣਾਉਣੇ। ਪ੍ਰੋਜੈਕਟ ਤਾਂ ਇੱਕੋ ਹੀ ਹੈ ਨਾ, ਇੱਕ ਪ੍ਰੋਜੈਕਟ ਨੂੰ ਆਪਾਂ ਮਲਟੀਪਲ ਕੰਪਿਊਟਰ ਦੇ ਨਾਲ ਅਟੈਚ ਕਰ ਸਕਦੇ ਹਾਂ। ਇਸ ਤਰੀਕੇ ਦੇ ਨਾਲ ਮੈਨੀ ਟੂ 1 ਦਾ ਰਿਲੇਸ਼ਨਸ਼ਿਪ ਹੁੰਦਾ ਹੈ। ਮੈਨੀ ਟੂ ਮੈਨੀ, X is associated with the number of entities in the y is associated with the number of x's, means ਇੰਪਲਾਈ ਦਾ ਪ੍ਰੋਜੈਕਟ ਦੇ ਨਾਲ ਹੈ, ਪ੍ਰੋਜੈਕਟ ਦਾ ਇੰਪਲਾਈਜ਼ ਦੇ ਨਾਲ ਹੈ, ਜਾਂ x ਦਾ y ਦੇ ਨਾਲ ਹੈ, y ਦਾ x ਦੇ ਨਾਲ ਹੈ, x3 ਦਾ 2 ਦੇ ਨਾਲ ਹੈ। ਇਸ ਤਰੀਕੇ ਦੇ ਨਾਲ ਆਪਣੇ ਕੋਲ ਮੈਨੀ ਟੀਚਰਸ ਦਾ ਰਿਲੇਸ਼ਨਸ਼ਿਪ ਮੈਨੀ ਸਟੂਡੈਂਟਸ ਦੇ ਨਾਲ ਹੈ। ਠੀਕ ਹੈ, ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਦੇ ਰਿਲੇਸ਼ਨਸ ਨੂੰ ਕੀ ਕਰ ਸਕਦੇ ਹਾਂ? ਸੈੱਟ ਕਰ ਸਕਦੇ ਹਾਂ। ਹੁਣ ਜਿਵੇਂ ਅੱਗੇ ਦੇਖੋ ਐਂਟੀਟੀ ਰਿਲੇਸ਼ਨਸ਼ਿਪ ਆਪਣੇ ਕੋਲ ਡਾਇਗਰਾਮ ਬਣਾਈ ਜਾਂਦੇ, ਜਿਵੇਂ ਆਪਾਂ ਨੇ ਆਹ ਡਾਇਗਰਾਮਸ ਬਣਾਈਆਂ ਨੇਗੀਆਂ, ਇਸ ਤਰੀਕੇ ਦੇ ਨਾਲ ਡਾਇਗਰਾਮ ਦੇ ਥਰੂ ਵੀ ਆਪਾਂ ਕੀ ਕਰ ਸਕਦੇ ਹਾਂ? ਡਿਜ਼ਾਈਨ ਕਰ ਸਕਦੇ ਹਾਂਗੇ। ਜਿਵੇਂ ਹੁਣ ਅੱਗੇ ਦੇਖੋ ਆਪਣੇ ਕੋਲ ਸਟੂਡੈਂਟ ਦਾ ਹੀ ਆਪਣੇ ਕੋਲ ਡਾਟਾਬੇਸ ਬਣਾਇਆ ਹੋਇਆ। ਹੁਣ ਇੱਥੇ ਆਪਣੇ ਕੋਲ ਸਟੂਡੈਂਟ ਕੀ ਹੈ? ਆਪਣੇ ਕੋਲ ਐਂਟੀਟੀ ਦਾ ਕੰਮ ਕਰਦਾ ਹੈ, ਐਂਟੀਟੀ ਦਾ ਕੰਮ ਕਰਦਾ ਇਹ ਆਪਣੇ ਕੋਲ। ਐਂਡ ਸਟੱਡੀ ਇਨ ਵੀ ਐਂਟੀਟੀ ਦਾ ਕੰਮ ਕਰਦਾ, ਪੋਜੀਸ਼ਨ ਵੀ ਐਂਟੀਟੀ ਦਾ ਕੰਮ ਕਰਦਾ। ਜਿਹੜੇ ਅੰਡਰ ਇਹਦੇ ਵਿੱਚ ਰੋਲ ਨੰਬਰ, ਹੈਸ਼, ਨੇਮ ਤੇ ਬ੍ਰਾਂਚ ਦਿੱਤੀ ਹੈ, ਐਟਰੀਬਿਊਟਸ ਹੋ ਗਈ। ਇਹਦੇ ਅੰਡਰ ਜੋ ਆਪਣੇ ਕੋਲ 101 ਇਹਨਾਂ ਦੇ ਰੋਲ ਨੰਬਰ, ਨੇਮ ਐਂਡ ਬ੍ਰਾਂਚ ਨੇਮ ਦਿੱਤੇ ਵੀ ਨੇ, ਇਹ ਸਾਰੇ ਆਪਣੇ ਕੋਲ ਕੀ ਹੋ ਗਿਆ? ਇਹਨਾਂ ਦਾ ਰਿਕਾਰਡ ਹੋ ਗਿਆ, ਇਹਨਾਂ ਦਾ ਫੀਲਡ ਹੋ ਗਿਆ, ਜੋ ਡਾਟਾ ਆਪਾਂ ਨੇ ਇਨਫੋਰਮੇਸ਼ਨ ਸਟੋਰ ਕੀਤੀ ਹੈ, ਉਹ ਸਾਰੀ ਚੀਜ਼ ਹੋ ਗਈ। ਹੁਣ ਇਹਨਾਂ ਦਾ ਰਿਲੇਸ਼ਨਸ਼ਿਪ ਦਿਖਾਇਆ ਗਿਆ। ਨੀਚੇ ਦੇਖੋ ਸਟੂਡੈਂਟ ਦਾ ਰਿਲੇਸ਼ਨਸ਼ਿਪ ਕਿਹਦੇ ਨਾਲ ਹੈ? ਰੋਲ ਨੰਬਰ ਦੇ ਨਾਲ, ਨੇਮ ਦੇ ਨਾਲ, ਬ੍ਰਾਂਚ ਦੇ ਨਾਲ, ਤੇ ਨਾਲ ਸਟੂਡੈਂਟ ਦਾ ਰਿਲੇਸ਼ਨ ਸਟੱਡੀ ਦੇ ਨਾਲ ਹੈ। ਸਟੱਡੀ ਦਾ ਰਿਲੇਸ਼ਨ ਪੋਜੀਸ਼ਨ ਦੇ ਨਾਲ ਹੈ। ਪੋਜੀਸ਼ਨ 1 ਤੇ ਰੋਲ ਨੰਬਰ ਐਂਡ ਸੈਕਸ, ਯਾਨੀ ਕਿ ਮੇਲ ਹੈ ਜਾਂ ਫੀਮੇਲ ਹੈ ਟੀਚਰ, ਇਸ ਚੀਜ਼ ਦੇ ਨਾਲ। ਇਸ ਤਰੀਕੇ ਦੇ ਨਾਲ ਮੈਨੀ ਟੂ 1 ਦੇ ਨਾਲ ਕੀ ਹੁੰਦਾ? ਰਿਲੇਸ਼ਨਸ਼ਿਪ ਅਟੈਚ ਕੀਤਾ ਜਾਂਦਾ ਆਪਣੇ ਕੋਲ। ਹੁਣ ਦੇਖੋ ਜਿਵੇਂ ਹੁਣ ਆਪਣੇ ਕੋਲ ਅੱਗੇ ਆ ਗਿਆ XYZ, ਹੋਰ ਕਾਫੀ ਐਗਜ਼ਾਮਪਲਸ ਦਿੱਤੀਆਂ ਨੇ। XYZ ਹੈਗਾ ਆਪਣੇ ਕੋਲ, ਇਹਦੇ ਡਿਪੈਂਡੈਂਸੀ ਹੈਗੀ ਆਪਣੇ ਕੋਲ, ਲੋਕੇਸ਼ਨ ਦੇ ਰੱਖੀ ਹੈ, ਲੋਕੇਸ਼ਨ ਦੀ ਕੀ ਹੈ ਆਪਣੇ ਕੋਲ? ਰਿਲੇਸ਼ਨਸ਼ਿਪ ਵਰਕਆਊਟ, ਯਾਨੀ ਕਿ ਇੰਪਲਾਈਜ਼ ਦਾ ਸੀਰੀਅਲ ਨੰਬਰ, ਨੇਮ, ਲੋਕੇਸ਼ਨ, ਇਹਦਾ ਵਰਕ ਇਨ ਦੇ ਨਾਲ ਹੈ ਰਿਲੇਸ਼ਨਸ਼ਿਪ। ਸਿੰਸ, ਕਿੰਨੇ ਟਾਈਮ ਤੋਂ ਚੱਲਦੇ ਆ ਰਹੇ ਨੇ, ਡਿਪਾਰਟਮੈਂਟ ਦਾ ਰਿਲੇਸ਼ਨ ਹੈ। ਇਹ ਇਸ ਤਰੀਕੇ ਦੇ ਨਾਲ ਕੀ ਕਰਦੇ ਨੇ? ਆਪਣੇ ਰਿਲੇਸ਼ਨਸ਼ਿਪ ਨੂੰ ਕਾਇਮ ਕਰਦੇ ਨੇਗੇ। ਨੈਕਸਟ ਹੈ ਆਪਣੇ ਕੋਲ ਵੀਕ ਐਂਟੀਟੀ। ਵੀਕ ਐਂਟੀਟੀ ਕੀ ਹੁੰਦੀ ਹੈ ਰਾਜੇ? ਐਨ ਐਂਟੀਟੀ ਡੈਟ ਡੋਂਟ ਹੈਵ ਦਾ ਐਟਰੀਬਿਊਟਸ, ਜਿਹੜੀ ਐਟਰੀਬਿਊਟਸ ਦੇ ਕੋਈ ਵੀ ਐਟਰੀਬਿਊਟਸ ਨਾ ਹੋਣ ਜਿਹੜੀ ਐਂਟੀਟੀ ਦੇ, ਮੇ ਐਕਟ ਐਜ਼ ਅ ਪ੍ਰਾਇਮਰੀ ਕੀ, ਜੋ ਇੱਕ ਪ੍ਰਾਇਮਰੀ ਕੀ ਦਾ ਕੰਮ ਕਰਦੀ ਹੈ। ਯਾਨੀ ਕਿ ਜਿਵੇਂ ਰੋਲ ਨੰਬਰ ਹੈ, ਰੋਲ ਨੰਬਰ ਦੇ ਅੱਗੇ ਆਪਾਂ ਕੋਈ ਵੀ ਰੋਲ ਨੰਬਰ ਨੂੰ ਡਿਵਾਈਡ ਨਹੀਂ ਕਰ ਸਕਦੇ ਆਪਾਂ, ਬਟ ਨੇਮ ਨੂੰ ਆਪਾਂ ਡਿਵਾਈਡ ਕਰ ਸਕਦੇ। ਨੇਮ ਮੇਨ ਸਰ ਨੇਮ ਹੋ ਗਿਆ, ਇਹਦਾ ਮੇਨ ਨੇਮ ਹੋ ਗਿਆ। ਠੀਕ ਹੈ, ਇਸ ਤਰੀਕੇ ਦੇ ਨਾਲ ਮਿਡਲ ਨੇਮ ਹੋ ਗਿਆ। ਐਵੇਂ ਇਸ ਤਰੀਕੇ ਦੇ ਨਾਲ ਆਪਣੇ ਕੋਲ ਰੋਲ ਨੰਬਰ ਹੈ, ਪ੍ਰਾਇਮਰੀ ਕੀ ਦਾ ਜੋ ਕੰਮ ਕਰਦਾ, ਉਹਨੂੰ ਕਹਿੰਦੇ ਨੇ ਵੀਕ ਐਂਟੀਟੀ ਕਹਿੰਦੇ ਨੇ। ਇਹਨੂੰ ਰਿਪਰੈਜ਼ੈਂਟ ਕਿਵੇਂ ਕਰੋਗੇ ਤੁਸੀਂ ਰਾਜੇ? ਇਹਨੂੰ ਕਿਸ ਦੇ ਨਾਲ? ਇਹ ਡਬਲ ਡੋਟ ਦੇ ਨਾਲ, ਇਸ ਤਰ੍ਹਾਂ ਨਾਲ ਡਬਲ ਦੇ ਨਾਲ ਕਰਾਂਗੇ ਆਪਾਂ ਵੀਕ ਐਂਟੀਟੀ ਨੂੰ। ਤੁਸੀਂ ਹੁਣ ਆਪਣੇ ਕੋਲ ਡਿਪੈਂਡੈਂਸੀ ਹੈ, ਡਿਪੈਂਡੈਂਸੀ ਦੇਖੋ ਨੇਮ ਹੈ, ਸੈਕਸ ਹੈ ਆਪਣੇ ਕੋਲ, ਤੇ ਏਜ ਹੈ ਆਪਣੇ ਕੋਲ। ਠੀਕ ਹੈ ਰਾਜੇ, ਏਜ ਹੈ। ਹੁਣ ਇਹ ਕੀ ਕਰਦੀ ਹੈ ਆਪਣੇ ਕੋਲ ਕਿ ਨੇਮ ਦੇਖੋ ਡਬਲ ਦੇ ਵਿੱਚ ਕੀਤਾ ਹੋਇਆ, ਡਬਲ 'ਚ ਆਊਟਲਾਈਨ ਕੀਤੀ ਵੀ ਹੈ। ਅਗਰ ਡਬਲ ਦੇ ਵਿੱਚ ਆਊਟਲਾਈਨ ਕੀਤੀ ਗਈ ਹੈ, ਇਹਦਾ ਮਤਲਬ ਕੀ ਹੈ? ਆਪਣੇ ਕੋਲੇ ਵੀਕ ਐਂਟੀਟੀ ਦਾ ਕੰਮ ਕਰਦੀ ਹੈ। ਉਸ ਤੋਂ ਬਾਅਦ ਹੈ ਆਪਣੇ ਕੋਲ ਸਟਰੋਂਗ ਐਂਟੀਟੀ। ਸਟਰੋਂਗ ਐਂਟੀਟੀ ਕੀ ਕਰਦੀ ਹੈ? ਵਿਚ ਹੈਵ ਦਾ ਐਟਰੀਬਿਊਟਸ ਹੈਵਿੰਗ ਦਾ ਕੈਪੇਬਿਲਿਟੀ ਡੈਟ ਕੈਨ ਐਕਟ ਦਾ ਪ੍ਰਾਇਮਰੀ ਕੀ। ਇਹ ਵੀ ਪ੍ਰਾਇਮਰੀ ਕੀ ਦੀ ਤਰ੍ਹਾਂ ਹੀ ਕੰਮ ਕਰਦੀ ਹੈ, ਬਟ ਕੀ ਐਟਰੀਬਿਊਟਸ ਕਾਲਦਾ, ਇਹਦੇ ਐਟਰੀਬਿਊਟਸ ਕੀ ਹੁੰਦੇ ਨੇ? ਸਟਰੋਂਗ ਹੁੰਦੇ ਨੇ। ਇਹਦੇ ਵਿੱਚ ਇਹਨੂੰ ਸਿੰਗਲ ਲਾਈਨ ਦੇ ਨਾਲ ਆਪਾਂ ਰਿਪਰੈਜ਼ੈਂਟ ਕਰਦੇ ਨੇ। ਵੀਕ ਐਂਟੀਟੀ ਤੇ ਸਟਰੋਂਗ ਦੇ ਜੋ ਐਂਟੀਟੀ ਦਾ ਹੈਗਾ ਰਿਲੇਸ਼ਨਸ਼ਿਪ, ਵੀਕ ਐਂਟੀਟੀ ਨੂੰ ਤਾਂ ਡਬਲ ਲਾਈਨ ਦੇ ਨਾਲ ਕਰਾਂਗੇ ਆਪਾਂ, ਬਟ ਇਹਨੂੰ ਜੋ ਸਟਰੋਂਗ ਐਂਟੀਟੀ ਹੈ ਇਹਨੂੰ ਆਪਾਂ ਸਿੰਗਲ ਲਾਈਨ ਦੇ ਨਾਲ ਰਿਪਰੈਜ਼ੈਂਟ ਕਰਾਂਗੇ ਆਪਾਂ।
ਜਿਵੇਂ ਕਿ ਇਹਦੀ ਐਗਜ਼ਾਮਪਲਸ ਦੇਖੋ, ਸਟੂਡੈਂਟ ਹੈ, ਜਿਵੇਂ ਰੋਲ ਨੰਬਰ, ਨੇਮ, ਕਲਾਸ, ਏਜ, ਇਹ ਸਾਰੇ ਸੇਮ ਦੇ ਰੱਖੇ ਨੇ, ਬਟ ਇਹਨੂੰ ਆਪਾਂ ਸਿੰਗਲ ਲਾਈਨ ਦੇ ਨਾਲ ਰਿਪਰੈਜ਼ੈਂਟ ਕਰਾਂਗੇ ਤਾਂ ਆਪਾਂ ਨੂੰ ਇਹ 'ਚੋਂ ਡਿਫਰੈਂਸ ਪਤਾ ਚੱਲ ਜੂਗਾ ਕਿ ਇਹ ਆਪਣੇ ਕੋਲ ਕੀ ਹੈ, ਆਪਣੇ ਕੋਲ ਇਹ ਸਟਰੋਂਗ ਐਂਟਿਟੀ ਹੈ ਤੇ ਇਹ ਆਪਣੇ ਕੋਲ ਵੀਕ ਐਂਟਿਟੀ ਦਾ ਕੰਮ ਕਰਦੀ ਹੈ। ਇਸ ਤਰੀਕੇ ਦੇ ਨਾਲ ਰਾਜੇ ਕੀ ਨੇ ਆਪਣੇ ਕੋਲ ਐਂਟਿਟੀ ਰਿਲੇਸ਼ਨਸ਼ਿਪ ਮਾਡਲ ਹੈ, ਜੋ ਕਿ ਬਹੁਤ ਇੰਪੋਰਟੈਂਟ ਹੈ, ਜੋ ਗ੍ਰਾਫਿਕਲੀ ਮਾਡਲਸ ਵੀ ਇਹਨੂੰ ਕਹਿ ਦਿੰਦੇ ਆਪਾਂ। ਗ੍ਰਾਫਿਕਲੀ ਇਹਦੇ ਵਿੱਚ ਸਾਰਾ ਕੁਝ ਗ੍ਰਾਫਿਕਲੀ ਤਿਆਰ ਕਰਦੇ ਹਾਂ, ਤਾਂ ਕਰਕੇ ਇਹਨੂੰ ਗ੍ਰਾਫਿਕਲੀ ਵੀ ਰਿਪਰੈਜ਼ੈਂਟੇਸ਼ਨ ਕੀਤੀ ਜਾਂਦੀ ਹੈ ਇਹਦੇ ਵਿੱਚ। ਤੇ ਇਹਨੂੰ ਆਪਾਂ ER ਮਾਡਲ ਦੇ ਨਾਮ ਦੇ ਤੋਂ ਵੀ ਜਾਣਦੇ ਹਾਂ, ਯਾਨੀ ਕਿ ਐਂਟਿਟੀ ਰਿਲੇਸ਼ਨਸ਼ਿਪ ਮਾਡਲ ਵੀ ਕਹਿ ਦਿੰਦੇ ਹਾਂ। ਇਹਦੇ 'ਚ 1 to 1 ਰਿਲੇਸ਼ਨਸ਼ਿਪ ਬਣਦੇ ਨੇ, 1 to many ਰਿਲੇਸ਼ਨਸ਼ਿਪ ਬਣਦੇ ਨੇ, many to many ਰਿਲੇਸ਼ਨਸ਼ਿਪ ਵੀ ਬਣ ਜਾਂਦੇ ਨੇ ਇਹਦੇ ਵਿੱਚ। ਓਕੇ।